Guru Hoy 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 Guru Bye. Guru Hoy Guru Hoy Guru Hoy Guru Hoy Guru Hoy Guru ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸੰਤਾਂ ਨੇ, ਸਾਧੂਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਸਾਨੂੰ ਸਮਝਾਉਂਦੇ ਵੀ ਜੇ ਅਸੀਂ ਇਸ ਉਪਦੇਸ਼ ਨੂੰ ਸੁਣ ਕੇ ਅਸੀਂ ਮੰਨ ਕੇ ਆਪਦੇ ਹਿਰਦੇ ਵਿੱਚ ਵਸਾ ਲੈਂਦੇ, ਫਿਰ ਜੋ ਵੀ ਸਾਡੇ ਮਨ ਦੀ ਇੱਛਾ ਹੁੰਦੀ ਉਹ ਇੱਛਾ ਮੁਤਾਬਕ ਇਹਨੂੰ ਫਲ ਦੀ ਪ੍ਰਾਪਤੀ ਹੋ ਜਾਂਦੀ। ਸਤਿਗੁਰੂ ਫਰਮਾਉਂਦੇ, ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ। ਬਈ ਇਹ ਉਪਦੇਸ਼ ਨੂੰ ਸਤਿਗੁਰਾਂ ਦੇ ਨੂੰ ਸੁਣ ਕੇ ਇਹਨੂੰ ਹਿਰਦੇ ਵਿੱਚ ਵਸਾਓ ਵੀ ਸਾਨੂੰ ਕੀ ਉਪਦੇਸ਼ ਕਰਦੇ ਨੇ, ਸਾਨੂੰ ਕੀ ਸਮਝਾ ਰਹੇ। ਜੇ ਸਾਡੇ ਹਿਰਦੇ 'ਚ ਵਸ ਜੇਗਾ ਤੇ ਫਿਰ ਸਾਡੇ ਮਨ ਦੀ ਜੋ ਇੱਛਾ ਹੁੰਦੀ ਉਹ ਇੱਛਾ ਮਾਲਕ ਆਪ ਪੂਰੀ ਕਰ ਦਿੰਦਾ। ਜੇ ਅਸੀਂ ਸੱਚ ਨੂੰ, ਨਾਮ ਨੂੰ ਆਪਦੇ ਹਿਰਦੇ 'ਚ ਵਸਾ ਲਾਂਗੇ ਮਨ ਦੇ ਵਿੱਚ, ਮਹਾਰਾਜ ਫਰਮਾਉਂਦੇ, ਸੱਚਾ ਸਾਹਿਬ ਮਨ ਵਸੀ ਤਾਂ ਮਨ ਚਿੰਦਿਆ ਫਲ ਪਾਈ, ਨਾਨਕ ਤਿਨ ਖਾ ਕੇ ਆਪ ਸੁਣੇ ਜੇ ਲੈਣ ਪੰਨੇ ਪਾਈ। ਵੀ ਜੇ ਅਸੀਂ ਹਿਰਦੇ ਵਿੱਚ ਸੱਚ ਨੂੰ ਵਸਾ ਲਾਂਗੇ, ਸੱਚ ਕਹਿੰਦੇ ਪਰਮਾਤਮਾ ਨਿਰੰਕਾਰ, ਉਹਨਾਂ ਦਾ ਜੋ ਉਪਦੇਸ਼
ਉਹਨਾਂ ਦੇ ਮੁਖ ਦੀ ਆਵਾਜ਼ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਾਂਗੇ ਅਤੇ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ। ਜਿਵੇਂ ਹੁਣ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਕਰਦੇ, ਗੁਰੂਆਂ ਦੇ ਮੁਖ ਦੇ ਵਚਨ, ਭਗਤਾਂ ਦੇ ਮੁਖ ਦੇ ਵਚਨ, ਉਹ ਸਾਡੇ ਵਾਸਤੇ ਉਪਦੇਸ਼। ਜੇ ਅਸੀਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਪੜ੍ਹਾਂਗੇ, ਵਿਚਾਰਾਂਗੇ, ਸੁਣਾਂਗੇ, ਮੰਨਾਂਗੇ, ਸਾਨੂੰ ਸੱਚ ਅਤੇ ਨਾਮ ਦੇ ਨਾਲ ਜੋੜਦੀ। ਜਦੋਂ ਅਸੀਂ ਗੁਰਬਾਣੀ ਗੁਰੂ ਦਾ ਕਹਿਣਾ ਮੰਨਦੇ ਹਾਂ, ਇਹਨਾਂ ਦੇ ਦੱਸੇ ਹੋਏ ਮੁਤਾਬਕ ਸਿਮਰਨ ਕਰਦੇ ਹਾਂ, ਇਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲਦੇ, ਫਿਰ ਸਾਨੂੰ ਇਹ ਸ਼ਬਦ ਗੁਰੂ ਨਾਲ ਜੋੜ ਦਿੰਦੇ, ਨਾਮ ਦੇ ਨਾਲ, ਜਿਹਦੇ ਨਾਲੋਂ ਸਾਡੀ ਲਿਪ ਟੁੱਟ ਚੁੱਕੀ। ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੀ। ਬਈ ਜਿਹੜਾ ਸੇਵਕ ਮੰਨਦਾ ਹੈ ਗੁਰਬਾਣੀ ਗੁਰੂ ਨੂੰ, ਮੰਨਣਾ ਕੀ ਹੁੰਦਾ ਵੀ ਉਹਨਾਂ ਦੇ ਬਚਨ ਮੰਨਣ, ਇਹਨਾਂ ਦੇ ਉਪਦੇਸ਼ ਨੂੰ ਮੰਨਣ। ਸਾਨੂੰ ਉਪਦੇਸ਼ ਕੀ ਕਰਦੇ, ਸਾਨੂੰ ਕੀ ਸਮਝਾਉਂਦੇ? ਸਾਨੂੰ ਕਹਿੰਦੇ ਵੀ ਸਿਮਰਨ ਕਰੋ, ਨਾਲ ਨਾਲ ਸਾਨੂੰ ਸਾਡੇ ਜੀਵਨ ਦੀ ਜਾਂਚ ਦੱਸੀ ਵੀ ਅਸੀਂ ਕਿਹੜੀਆਂ ਰਹਿਤਾਂ ਰੱਖਣੀਆਂ, ਕਿਹੜੇ ਅਸੀਂ ਪਰਹੇਜ਼ ਰੱਖਣੇ, ਆ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਸਕੀਏ। ਹੁਣ ਉਹ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬਾਨ ਭਗਤ ਜਨ ਕਰਦੇ, ਜੇ ਅਸੀਂ ਇਹਨਾਂ ਦੇ ਵਚਨ ਕਮਾਵਾਂਗੇ, ਇਹਨਾਂ ਵਚਨਾਂ ਨੂੰ ਮੰਨਾਂਗੇ, ਅਤੇ ਫਿਰ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਾਂਗੇ। ਤਾਂਹੀਓ ਸਾਨੂੰ ਸਮਝਾਉਂਦੇ ਵੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਫਰਮਾਉਂਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬਈ ਗੁਰਸਿੱਖੋ, ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ। ਜੇ ਚੱਲੋਗੇ ਅਤੇ ਤੁਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਓਗੇ। ਹੁਣ ਇਹਦੇ ਉੱਤੇ ਰਸਤੇ 'ਤੇ ਚੱਲਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਸਾਨੂੰ ਫਿਰ ਜਿਹੜੀ ਕਾਰ ਗੁਰੂ ਕਰਨ ਨੂੰ ਕਹਿ ਰਹੀ ਹੈ, ਅਸੀਂ ਉਹ ਕਾਰ ਕਮਾਉਣੀ, ਉਹ ਕਰਮ ਕਰਨਾ। ਗੁਰੂ ਸਾਨੂੰ ਕਿਹੜੀ ਕਾਰ ਆਖਦਾ? ਮਹਾਰਾਜ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵ। ਹੁਣ ਗੁਰਬਾਣੀ ਗੁਰੂ ਸਾਨੂੰ ਦੱਸਦੇ ਵੀ ਤੁਹਾਡਾ ਇੱਕੋ ਹੀ ਕਾਰਜ, ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਸਾਡੇ ਮਨ ਦਾ ਇਹ ਕਾਰਜ, ਜੇ ਤਾਂ ਹੁਣ ਅਸੀਂ ਗੁਰੂ ਦੀ ਦੱਸੀ ਹੋਈ ਇਹ ਕਾਰ ਕਮਾਵਾਂਗੇ, ਅਤੇ ਫਿਰ ਅਸੀਂ ਨਾਮ ਦੇ ਨਾਲ ਜੁੜ ਜਾਂਗੇ, ਸੱਚ ਨਾਲ ਜੁੜ ਜਾਂਗੇ। ਜੇ ਅਸੀਂ ਗੁਰੂ ਦੀ ਇਹ ਕਾਰ ਦੱਸੀ ਹੋਈ ਨਹੀਂ ਕਮਾਉਂਦੇ, ਫਿਰ ਅਸੀਂ ਆਪਦੀ ਮੱਤ ਦੁਆਰਾ ਚੱਲਾਂਗੇ, ਅਤੇ ਜਦੋਂ ਮੱਤ ਦੁਆਰਾ ਚੱਲਾਂਗੇ ਫਿਰ ਅਸੀਂ ਦੁਖੀ ਹੋਵਾਂਗੇ। ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰ 'ਚ ਕਲੇਸ਼, ਫਿਰ ਸਾਰੇ ਸਮਾਜ 'ਚ ਕਲੇਸ਼। ਫਿਰ ਅਸੀਂ ਇਹਨਾਂ ਦੁੱਖਾਂ ਦੇ ਵਿੱਚ ਦੁਖੀ ਹੋਵਾਂਗੇ, ਅਸ਼ਾਂਤ ਹੋਵਾਂਗੇ। ਫਿਰ ਇਹ ਦੁਰਮਤ ਦੀ ਅਗਨ ਹੈ ਜਿਹੜੀ, ਉਹ ਸਾਡੇ ਮਨਾਂ ਨੂੰ ਸਾੜੇਗੀ ਅਤੇ ਅਸੀਂ ਅੰਦਰੋਂ ਸਾੜਾਂਗੇ ਦੁਰਮਤ ਦੀ ਅਗਨ 'ਚ, ਜਿਹਦੇ ਵਿੱਚ ਮਹਾਰਾਜ ਕਹਿੰਦੇ ਵੀ ਨਾ ਸੋਝੀ ਹੋਣ ਕਰਕੇ, ਨਾ ਗੁਰੂ ਦੀ ਮੱਤ ਲੈਣ ਕਰਕੇ ਸਾਰਾ ਜਗਤ ਸੜਦਾ। ਫਰਮਾਉਂਦੇ ਨੇ ਦੁਰਮਤ ਅਗਨ ਜਗਤ ਪਰ ਜਾਰੀ। ਬਈ ਇਹ ਦੁਰਮਤ ਦੀ ਅਗਨ ਹੈ ਜਿਹੜੀ, ਇਹ ਸਾਰੇ ਜਗਤ ਨੂੰ ਸਾੜਦੀ। ਘਰ ਘਰ ਦੇ ਵਿੱਚ ਕਲੇਸ਼, ਲੜਾਈਆਂ, ਝਗੜੇ। ਹੁਣ ਇਹਦਾ ਕਾਰਨ ਗੁਰੂ ਨਾਨਕ ਦਾ ਘਰ
ਸਾਨੂੰ ਇਹੋ ਦੱਸ ਰਿਹਾ ਵੀ ਅਸੀਂ ਗੁਰੂ ਦੀ ਮੱਤ ਨਹੀਂ ਲਈ। ਜੋ ਸਾਨੂੰ ਗੁਰੂ ਕਹਿ ਰਹੇ ਸੀ ਅਸੀਂ ਨਾ ਤਾਂ ਉਹ ਉਪਦੇਸ਼ ਨੂੰ ਸੁਣਿਆ ਅਤੇ ਨਾ ਹੀ ਅਸੀਂ ਸੁਣ ਕੇ ਮੰਨਿਆ, ਹਿਰਦੇ 'ਚ ਵਸਾਇਆ। ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ 'ਚ ਵਸਾਉਂਦੇ ਅਤੇ ਅੱਜ ਸਾਡੀ ਇਹ ਹਾਲਤ ਨਾ ਹੁੰਦੀ ਜਿਹੜੀ ਅਸੀਂ ਸੰਸਾਰ 'ਚ ਦੇਖਦੇ। ਫਿਰ ਸਾਡੇ ਮਨ ਦੁਖੀ ਨਾ ਹੁੰਦੇ, ਸਾਡੇ ਮਨ ਅਸ਼ਾਂਤ ਨਾ ਹੁੰਦੇ, ਸਾਡੇ ਪਰਿਵਾਰਾਂ ਦੇ ਵਿੱਚ ਕਲਾ ਕਲੇਸ਼ ਨਾ ਹੁੰਦਾ, ਦੁਵਿਧਾ ਨਾ ਹੁੰਦੀ। ਕਿਉਂਕਿ ਗੁਰਬਾਣੀ ਗੁਰੂ ਜੋ ਸਾਨੂੰ ਮਾਰਗ ਦੱਸ ਰਹੇ ਉਹ ਪ੍ਰੇਮ ਦਾ ਮਾਰਗ ਦੱਸਦੇ, ਸਾਨੂੰ ਪਿਆਰ ਹੀ ਪਿਆਰ ਸਿਖਾਉਂਦੇ। ਸਾਨੂੰ ਇਹ ਦੁਵਿਧਾ ਵੈਰ ਵਿਰੋਧ ਤਾਂ ਸਿਖਾਉਂਦਾ ਕੋਈ ਨਹੀਂ ਗੁਰੂ। ਹੌਲੀ ਅਸੀਂ ਜਿਹੜੀ ਭੈੜੀ ਮੱਤ ਸੀ, ਇੱਕ ਮੱਤ ਅਸੀਂ ਕਿੱਥੋਂ ਲੈ ਲਈ, ਉਹ ਫਿਰ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹੋਏ ਜਦੋਂ ਨਹੀਂ ਸਾਧ ਸੰਗਤ ਕਰਦੇ, ਨਹੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੇ, ਫਿਰ ਅਸੀਂ ਇਹ ਭੈੜੀ ਮੱਤ ਲੈ ਕੇ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਨਾਲ ਦੁਵਿਧਾ ਈਰਖਾ ਨਫ਼ਰਤ ਕਰ ਲਈ। ਫਿਰ ਇਹ ਸਾਰਾ ਕੁਛ ਅਸੀਂ ਕਰਦੇ। ਇਸੀ ਅਵਸਥਾ ਦੇ ਵਿੱਚ ਹੀ ਸਤਿਗੁਰੂ ਫਿਰ ਮਨ ਨੂੰ ਫਰਮਾਉਂਦੇ, ਮਨ ਰੇ ਕੌਣ ਕਮਤ ਤੇ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਬਈ ਮਨਾਂ ਤੂੰ ਇਹ ਕਿਹੜੀ ਪੁੱਠੀ ਕਮਤ ਲੈ ਲਈ, ਬਈ ਤੂੰ ਪਰਾਈ ਨਿੰਦਿਆ ਦੇ ਵਿੱਚ ਹੀ ਰਚਿਆ ਰਹਿਣਾ, ਪਰਮਾਤਮਾ ਦੀ ਭਗਤੀ ਤਾਂ ਕਰਦਾ ਹੀ ਨਹੀਂ। ਬਈ ਜੇ ਤੂੰ ਇਸੇ ਤਰ੍ਹਾਂ ਹੀ ਕਮਤ ਪੁੱਠੀ ਲੈ ਕੇ ਚੱਲਦਾ ਰਿਹਾ, ਫਿਰ ਤੂੰ ਦੁਖੀ ਬਹੁਤ ਹੋਏਗਾ, ਤੂੰ ਅਸ਼ਾਂਤ ਬਹੁਤ ਹੋਏਗਾ। ਹੌਲੀ ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਾਡੇ ਜੀਵਨ ਦੀ ਜਾਚ ਸਿਖਾਉਂਦੇ, ਸਾਨੂੰ ਉਪਦੇਸ਼ ਕਰਦੇ। ਅਤੇ ਜੇ ਅਸੀਂ ਇਹਨਾਂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ 'ਚ ਵਸਾ ਲਾਂਗੇ ਅਤੇ ਫਿਰ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ, ਸਦਾ ਵਾਸਤੇ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਸੋ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਉਪਦੇਸ਼ ਨੂੰ ਸੁਣ ਕੇ ਉਹਨੂੰ ਹਿਰਦੇ 'ਚ ਵਸਾਓ। ਵੀ ਇਹ ਨਾ ਹੋਵੇ ਵੀ ਇਕੱਲਾ ਅਸੀਂ ਪੜ੍ਹਨ ਤੱਕ ਹੀ ਸੀਮਤ ਰਹੀਏ, ਵੀ ਅਸੀਂ ਗੁਰਬਾਣੀ ਗੁਰੂ ਨੂੰ ਮੰਨੀਏ ਨਾ, ਅਸੀਂ ਹਿਰਦੇ 'ਚ ਨਾ ਵਸਾਈਏ। ਅੱਗੇ ਮਹਾਰਾਜ ਕਹਿੰਦੇ ਵੀ ਮੁੱਖ ਤੋਂ ਤਾਂ ਬਹੁਤ ਜੀਵ ਪੜ੍ਹਦੇ ਨੇ, ਬਹੁਤ ਜੀਵ ਸਿਮਰਨ ਕਰਦੇ, ਪਰ ਉਹ ਵਿਰਲੇ ਨੇ ਜਿਨ੍ਹਾਂ ਨੇ ਆਪਦੇ ਹਿਰਦੇ 'ਚ ਵਸਾ ਲਏ। ਮੁਕਤ ਉਹ ਹੁੰਦੇ ਜਿਹੜੇ ਆਪਣੇ ਹਿਰਦੇ 'ਚ ਵਸਾ ਲੈਂਦੇ। ਮਾਰੇ ਫਰਮਾਉਂਦੇ ਮੁਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਬਈ ਮੁਕਤੀ ਉਹਨਾਂ ਦੀ ਹੋਣੀ, ਉਹ ਉਹਨਾਂ ਨੇ ਜੀਵਨ ਮੁਕਤ ਹੋਣਾ ਜਿਨ੍ਹਾਂ ਨੇ ਹਿਰਦੇ 'ਚ ਵਸਾਇਆ। ਜੇ ਹਿਰਦੇ 'ਚ ਵਸਿਆ ਹੋਏਗਾ ਤਾਂ ਸਾਨੂੰ ਭੁੱਲੇਗਾ ਨਹੀਂ, ਸਾਨੂੰ ਵਿਸਰੇਗਾ ਨਹੀਂ। ਜੇ ਹਿਰਦੇ 'ਚ ਵਸਿਆ ਨਹੀਂ ਤਾਂ ਅਸੀਂ ਭੁੱਲ ਜਾਵਾਂਗੇ। ਹੁਣ ਤਾਂ ਕਰਕੇ ਫਿਰ ਇਹ ਵਾਰ ਵਾਰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ। ਜੇ ਵਸਿਆ ਹੋਏਗਾ ਤਾਂ ਸਾਨੂੰ ਭੁੱਲੇਗਾ ਨਹੀਂ, ਸਾਨੂੰ ਵਿਸਰੇਗਾ ਨਹੀਂ। ਇਉਂ ਮਾਰੇ ਫਿਰ ਸਾਨੂੰ ਸਮਝਾਉਂਦੇ ਵੀ ਹਿਰਦੇ 'ਚ ਵਸਾਓ, ਅਤੇ ਵਸੇਗਾ ਜਦੋਂ ਅਸੀਂ ਵਾਰ ਵਾਰ ਦ੍ਰਿੜ ਕਰਾਂਗੇ। ਜਿਵੇਂ ਹੁਣ ਇਹ ਆਪਾਂ ਸਿਮਰਨ ਕਰਦੇ ਹਾਂ, ਵਾਰ ਵਾਰ ਅਸੀਂ ਦ੍ਰਿੜ ਕਰਦੇ। ਮਹਾਰਾਜ ਕਹਿੰਦੇ ਵਾਰ ਵਾਰ ਉਚਾਰਨ ਕਰੋ, ਵੀ ਵਾਰ ਵਾਰ ਬੋਲੋ। ਜਦੋਂ ਬੋਲਾਂਗੇ ਸਾਨੂੰ ਦ੍ਰਿੜ ਹੋ ਜਾਏਗਾ, ਫਿਰ ਸਾਨੂੰ ਭੁੱਲੇਗਾ ਨਹੀਂ, ਆਪਣੇ ਆਪ ਸਹਿ ਸੁਭਾਅ ਚੱਲ ਪਏਗਾ। ਆਇਓ ਮਾਰੇ ਫਰਮਾਉਂਦੇ, ਉਚਰੋ ਰਾਮ ਨਾਮ ਲਖ ਬਰੀਆ। ਬਈ ਨਾਮ ਜਿਹੜਾ ਲੱਖਾਂ ਵਾਰੀ ਉਚਾਰਨ ਕਰੋ, ਵਾਰ ਵਾਰ, ਬਈ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ।
ਜਿਵੇਂ ਆਪਾਂ ਛੋਟੇ ਹੁੰਦੇ ਜਦੋਂ ਪੜ੍ਹਦੇ ਹੁੰਦੇ ਸੀ ਵੀ ਉਹ ਸਕੂਲਾਂ ਦੇ ਵਿੱਚ ਪਹਾੜੇ ਸੀ ਜਿਹੜੇ ਉਹ ਪੜ੍ਹਾਈ ਜਾਂਦੇ ਸੀ ਵੀ ਤਾਂ ਕਿ ਉਹ ਸਾਨੂੰ ਪੂਰਾ ਦ੍ਰਿੜ ਹੋ ਜੇ। ਇੱਕ ਜਣਾ ਬੋਲਦਾ ਆਪਾਂ ਮਗਰ ਸਾਰੇ ਬੋਲਦੇ ਵੀ ਤਾਂ ਕਿ ਉਹ ਫਿਰ ਆਪਾਂ ਨੂੰ ਪੂਰੇ ਰੱਟ ਜਾਣ। ਜਦੋਂ ਦ੍ਰਿੜ ਹੋ ਜਾਂਦੇ ਤੇ ਉਹ ਪੂਰਾ ਆਪਾਂ ਨੂੰ ਯਾਦ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਗੁਰਮੰਤਰ ਨੂੰ ਦ੍ਰਿੜ ਕਰ, ਗੁਰੂ ਦੇ ਸ਼ਬਦ ਨੂੰ ਦ੍ਰਿੜ ਕਰ। ਜੇ ਅਸੀਂ ਹਿਰਦੇ 'ਚ ਵਸਾ ਲਾਂਗੇ, ਦ੍ਰਿੜ ਕਰ ਲਾਂਗੇ ਤੇ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਵੀ ਅਸੀਂ ਪੂਰਾ ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ। ਜਦੋਂ ਦ੍ਰਿੜ ਕੀਤਾ ਤੇ ਫਿਰ ਸਾਨੂੰ ਪਰਮ ਪਦਵੀ ਸੀ ਜਿਹੜੀ ਉਹਦੀ ਪ੍ਰਾਪਤੀ ਹੋਈ। ਫਰਮਾਉਂਦੇ ਨੇ ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋਊ ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿਧ ਪਾਈ ਸਹਿਜੋ। ਬਈ ਪੂਰਾ ਅਸੀਂ ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ ਤੇ ਕਿਹੜੇ ਕਿਹੜੇ ਸਮੇਂ ਦ੍ਰਿੜ ਕੀਤਾ, ਕਦੋਂ ਕਦੋਂ ਕੀਤਾ, ਫਿਰ ਉਹ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸਦੀ। ਮਹਾਰਾਜ ਕਹਿੰਦੇ ਵੀ ਇਹ ਸਿਮਰਨ ਹੀ ਸਾਡਾ ਜਪ ਹੈ ਤੇ ਇਹੋ ਸਾਡਾ ਤਪ ਹੈ। ਇੱਕ ਨਿਮਕ ਵੀ ਮੈਨੂੰ ਜਿਹੜਾ ਸਿਮਰਨ ਵਿਸਰਦਾ ਨਹੀਂ, ਚਾਹੇ ਮੈਂ ਚੱਲਦਾ, ਚਾਹੇ ਮੈਂ ਬੈਠਾ, ਚਾਹੇ ਭੋਜਨ ਛਕ ਰਿਹਾ, ਚਾਹੇ ਇਸ਼ਨਾਨ ਕਰਦਾ, ਚਾਹੇ ਜਾਗਦਾ ਤੇ ਚਾਹੇ ਸੁੱਤਾ। ਵੀ ਇੰਨਾ ਜ਼ਿਆਦਾ ਦ੍ਰਿੜ ਕੀਤਾ ਵੀ ਜਾਗਦੇ ਤਾਂ ਸਿਮਰਨ ਕਰਦੇ ਹੀ, ਸੁੱਤੇ ਪਏ ਵੀ ਚੱਲੀ ਜਾਂਦੇ। ਐਸਾ ਕਹਿੰਦੇ ਸਾਧੂ ਦਾ ਸੰਗ ਕਰਕੇ ਭੇਤ ਆਇਆ, ਸਾਧ ਸੰਗਤ ਕਰਕੇ ਗੁਰੂ ਰਾਮਦਾਸ ਜੀ ਨੂੰ ਸਾਧੂ ਕਹਿੰਦੇ। ਮਹਾਰਾਜ ਫਰਮਾਉਂਦੇ ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਕ ਨ ਵਿਸਰਿਓ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ, ਮਾਈ ਖਾਟ ਆਇਓ ਕਰ ਪੂਤਾ, ਹਰ ਧਨ ਚਲਤੇ ਹਰ ਧਨ ਵੈਸੇ, ਹਰ ਧਨ ਜਾਗਤ ਸੁਤ। ਵੀ ਇੰਨਾ ਜ਼ਿਆਦਾ ਦ੍ਰਿੜ ਕੀਤਾ ਵੀ ਇੱਕ ਨਿਮਕ ਵੀ ਕਹਿੰਦੇ ਮੈਨੂੰ ਹਰ ਹਰ ਜਿਹੜਾ ਵਾਹਿਗੁਰੂ ਵੀ ਇਹ ਵਿਸਰਦਾ, ਜਾਗਦੇ ਦਾ ਕਰਦੇ, ਸੁੱਤੇ ਪਏ ਵੀ ਚੱਲੀ ਜਾਂਦੇ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਮੁੱਖ ਸੁਪਨੇ ਦੇ ਵਿੱਚ ਬਰੜਾ ਕੇ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੀ ਵਡਿਆਈ ਕਰਦੇ ਬਾਬਾ ਕਬੀਰ ਜੀ। ਕਹਿੰਦੇ ਵੀ ਮੇਰੇ ਜਿਹੜਾ ਇਹ ਸਰੀਰ ਦਾ ਚੰਮ ਹੈ ਵੀ ਇਹਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਦੇ ਵਿੱਚ ਪਾਤੀ, ਵੀ ਇੰਨੀ ਜ਼ਿਆਦਾ ਉਹਨੂੰ ਵਡਿਆਈ ਦਿੰਦੀ। ਫਰਮਾਉਂਦੇ ਕਬੀਰ ਸੁਪਨੇ ਹੂੰ ਬਰੜਾਏ ਕੇ, ਜੈ ਮੁਖ ਨਿਕਸੇ ਰਾਮ, ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਵੀ ਮੇਰਾ ਇਹ ਜਿਹੜਾ ਤਨ, ਇਹਦਾ ਚਮੜਾ, ਇਹਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਮੈਂ ਪਾ ਦਿਆਂ ਸਤਿਕਾਰ ਵਿੱਚ। ਵੀ ਜਿਹੜਾ ਸੁਪਨੇ ਦੇ ਵਿੱਚ ਬਰੜਾ ਕੇ ਮਾਲਕ ਦਾ ਨਾਮ ਜਪ। ਹੁਣ ਬਰੜਾਏਗਾ ਕੌਣ? ਜਿਹਨੇ ਦ੍ਰਿੜ ਕੀਤਾ। ਰਾਤ ਨੂੰ ਉਹੀਓ ਚੱਲਣਾ ਸਾਡੇ ਜਿਹੜਾ ਅਸੀਂ ਦਿਨੇ ਦ੍ਰਿੜ ਕੀਤਾ। ਜਿਹੜਾ ਜੀਵ ਹੁਣ ਦਿਨ ਦੇ ਸਮੇਂ ਫਿੱਕੇ ਬੋਲ ਬੋਲਦਾ, ਜਿਹਨੇ ਹਮੇਸ਼ਾ ਫਿੱਕਾ ਹੀ ਬੋਲਣਾ, ਉਹ ਕੀ ਆਖਦੇ ਬਈ ਉਹਦੇ ਰਾਤ ਨੂੰ ਸੁਪਨੇ 'ਚ ਬਰੜਾ ਕੇ ਕੀ ਉਹ ਸਿਮਰਨ ਕਰੇ? ਜਿਹੜਾ ਉਹਨੇ ਦਿਨ ਦੇ ਸਮੇਂ ਫਿੱਕੇ ਬੋਲ ਬੋਲੇ, ਜਿਹੜਾ ਉਹਨੇ ਦ੍ਰਿੜ ਕੀਤਾ, ਉਹਨੇ ਬਰੜਾ ਕੇ ਵੀ ਉਹੀਓ ਕੁਝ ਬੋਲਣਾ। ਜਿਹੜਾ ਜੀਵ ਦਿਨ ਦੇ ਸਮੇਂ ਨਿੰਦਿਆ ਕਰਦਾ ਹੈ, ਕਿਸੇ ਨਾਲ ਈਰਖਾ ਕਰਦਾ, ਨਫ਼ਰਤ ਕਰਦਾ, ਉਹਦੇ ਰਾਤ ਨੂੰ ਵੀ ਉਹੀਓ ਚੱਲਣਾ, ਕਿਉਂਕਿ ਉਹਨੇ ਉਹ ਚੀਜ਼ ਨੂੰ ਦ੍ਰਿੜ ਕੀਤਾ। ਮਹਾਰਾਜ ਇਸ ਲਈ ਸਮਝਾਉਂਦੇ ਵੀ ਜੋ ਅਸੀਂ ਦਿਨ ਦੇ ਸਮੇਂ ਦ੍ਰਿੜ ਕਰਦੇ ਹਾਂ, ਉਹੀਓ
ਸਾਡੇ ਵਿਚਾਰ ਫਿਰ ਬਣ ਜਾਂਦੇ, ਉਹੀਓ ਸਾਡਾ ਕਰਮ ਅਤੇ ਉਹ ਸਾਨੂੰ ਦ੍ਰਿੜ ਹੋ ਜਾਂਦਾ, ਫਿਰ ਉਹੀਓ ਅਸੀਂ ਕਰਦੇ। ਜਿਵੇਂ ਅਸੀਂ ਦਿਨ ਦੇ ਸਮੇਂ ਜੋ ਵੀ ਕਰਮ ਕੀਤਾ, ਜਦੋਂ ਹੁਣ ਰਾਤ ਪੈਣੀ ਉਹ ਜਿਹੜਾ ਅਸੀਂ ਦ੍ਰਿੜ ਕੀਤਾ, ਜਦੋਂ ਹੁਣ ਰਾਤ ਨੂੰ ਆਪਾਂ ਸੌਣ ਲੱਗਦੇ ਹਾਂ ਉਹ ਵਿਚਾਰ ਸਾਡੇ ਸਾਹਮਣੇ ਆ ਜਾਂਦੇ, ਉਹ ਆਪਣੇ ਅੰਦਰ ਚੱਲਣ ਲੱਗ ਜਾਂਦੇ, ਕਿਉਂਕਿ ਜਿਹੜੀ ਚੀਜ਼ ਅਸੀਂ ਦ੍ਰਿੜ ਕਰ ਲਈ ਉਹ ਸਾਡੇ ਅੰਦਰ ਚੱਲਣੀ ਸ਼ੁਰੂ ਹੋ ਜਾਂਦੀ। ਜਿਹੜਾ ਜੀਵ ਜ਼ਿਆਦਾ ਕਰਮ ਨਾਲ ਵੱਝਿਆ ਉਹਦਾ ਧਿਆਨ ਕਰਮ 'ਚ ਹੁੰਦਾ ਅਤੇ ਉਹਨੂੰ ਵਿਚਾਰ ਵੀ ਉੱਦਾਂ ਦੀ ਆਉਂਦੀ। ਜਿਹੜਾ ਜ਼ਿਆਦਾ ਰਜੋਗੁਣੀ ਉਹਨੂੰ ਰਜੋਗੁਣ ਦੇ ਵਿਚਾਰ ਆਉਣਗੇ, ਜਿਹੜਾ ਜ਼ਿਆਦਾ ਤਮੋਗੁਣੀ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹਦਾ, ਕਰੋਧੀ ਹੋ ਜਾਂਦਾ, ਲੜਾਈਆਂ ਝਗੜੇ ਕਰਦਾ, ਉਹ ਤਮੋਗੁਣ 'ਤੇ ਬੈਠਾ ਜਦੋਂ ਉਹਨੇ ਦੇਹ ਨੂੰ ਵੀ ਛੱਡਣਾ ਹੈ ਅਤੇ ਉਹਦੇ ਵਿਚਾਰ ਉਜੋ ਚੱਲਣੇ ਤਮੋਗੁਣ ਵਾਲੇ। ਜੇ ਕੋਈ ਜੀਵ ਸਤੋਗੁਣੀ ਹੈ ਉਹਦੇ ਉਹ ਵਿਚਾਰ ਸਤੋਗੁਣ ਵਾਲੇ ਚੱਲਦੇ। ਜਾਣੀ ਦੀ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਜੋ ਅਸੀਂ ਦਿਨ ਦੇ ਸਮੇਂ ਦ੍ਰਿੜ ਕਰਾਂਗੇ ਉਹੀਓ ਸਾਡਾ ਕਰਮ ਅਤੇ ਉਹੀਓ ਸਾਨੂੰ ਫਿਰ ਅੱਗੇ ਜਿਹੜਾ ਆ ਕੇ ਖਲੋ ਜਾਂਦਾ। ਜਿਵੇਂ ਰੋਜ਼ ਦੀ ਰੋਜ਼ ਦਾ ਖੇਲ ਹੈ, ਆਪਾਂ ਰੋਜ਼ ਹੀ ਮਰਦੇ ਹਾਂ, ਰਾਤ ਹੁੰਦੀ ਅਤੇ ਆਪਾਂ ਮਰ ਜਾਂਦੇ। ਹੁਣ ਜਿਹੜਾ ਅਸੀਂ ਜਿਉਂਦਿਆਂ ਨੇ ਸਵੇਰ ਤੋਂ ਸ਼ਾਮ ਤੱਕ ਕੀਤਾ, ਉਹ ਜਦੋਂ ਅਸੀਂ ਸੌਣ ਲੱਗਦੇ ਉਹ ਕਰਮ ਉਹ ਵਿਚਾਰ ਸਾਡੇ ਅੱਗੇ ਆ ਕੇ ਖੜ੍ਹੇ ਹੋ ਜਾਂਦੇ। ਔਰ ਇਸੇ ਤਰ੍ਹਾਂ ਹੀ ਅੰਤ ਸਮੇਂ ਹੁੰਦਾ, ਜਿਹੜਾ ਸਾਰੀ ਉਮਰ ਅਸੀਂ ਦ੍ਰਿੜ ਕਰਦੇ ਰਹੇ, ਜਦੋਂ ਅੰਤ ਸਮਾਂ ਆਉਂਦਾ ਉਹ ਆ ਕੇ ਅੱਗੇ ਖਲੋ ਜਾਂਦਾ। ਮਹਾਰਾਜ ਤਾਂਹੀਓ ਫਰਮਾਉਂਦੇ, ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਆ ਏ, ਵੀ ਉਹ ਆ ਕੇ ਅੰਤ ਸਮੇਂ ਅੱਗੇ ਖਲੋ ਜਾਂਦਾ ਕਿ ਉਹਨੂੰ ਅਸੀਂ ਦ੍ਰਿੜ ਕੀਤਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ, ਜੇ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਅਤੇ ਸਹਿਜ ਸੁਭਾਅ ਸਾਡੇ ਅੰਦਰ ਸਿਮਰ ਚੱਲਦਾ ਜਾਏਗਾ। ਜੇ ਅਸੀਂ ਦਿਨੇ ਕਰ ਰਹੇ ਹਾਂ ਸਿਮਰਨ ਅਤੇ ਰਾਤ ਨੂੰ ਵੀ ਸਹਿਜ ਸੁਭਾਅ ਚੱਲੀ ਜਾਣ। ਜੇ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਦੇ ਹਾਂ, ਸ਼ਬਦ ਦੀ ਵਿਚਾਰ ਕਰਦੇ, ਉਹ ਸਾਡੇ ਸਹਿਜ ਸੁਭਾਈ ਸ਼ਬਦ ਦੀ ਵਿਚਾਰ ਚੱਲੇਗੀ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਕਰਮਾਂ ਰੂਪੀ ਖੇਤ ਹੈ, ਜੋ ਅਸੀਂ ਇਹਦੇ ਵਿੱਚ ਬੀਜਦੇ ਹਾਂ ਉਹੀਓ ਸਾਨੂੰ ਵੱਢਣਾ ਪੈਂਦਾ। ਵੀ ਜੋ ਅਸੀਂ ਇਹਦੇ ਵਿੱਚ ਬੀਜਾਂਗੇ ਉਹੀਓ ਸਾਨੂੰ ਫਲ ਮਿਲਣਾ। ਇਹ ਤਾਂ ਨਹੀਂ ਵੀ ਜੇ ਅਸੀਂ ਬੀਜੀਏ ਬਿੱਖ ਜ਼ਹਿਰ ਅਤੇ ਅਸੀਂ ਆਸ ਰੱਖੀਏ ਵੀ ਸਾਨੂੰ ਅੰਮ੍ਰਿਤ ਫਲ ਮਿਲੇਗਾ, ਅਤੇ ਉਹ ਤਾਂ ਮਹਾਰਾਜ ਕਹਿੰਦੇ ਮਿਲਣਾ। ਬੀਜੇ ਬਿੱਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ, ਵੀ ਇਹ ਤਾਂ ਕੋਈ ਨਿਆਦ ਗੱਲ ਨਹੀਂ ਹੋਈ। ਵੀ ਜੋ ਅਸੀਂ ਬੀਜਿਆ ਉਹੀਓ ਵੱਢਣਾ ਪੈਂਦਾ, ਉਹੀਓ ਸਾਨੂੰ ਫਲ ਲੱਗਦਾ। ਜਿਵੇਂ ਹੁਣ ਆਪਾਂ ਸੰਸਾਰ 'ਚ ਦੇਖਦੇ, ਜਿਹੜਾ ਬੀਜ ਅਸੀਂ ਬੋਵਾਂਗੇ, ਜੋ ਅਸੀਂ ਬੀਜਾਂਗੇ ਅਤੇ ਉਹਨੂੰ ਹੀ ਫਲ ਲੱਗਣਾ, ਉਹੀ ਫਲ ਲੱਗਣਾ ਵੀ ਜਿਹੜਾ ਬੀਜ ਬੀਜੇ ਅਸੀਂ। ਹੁਣ ਜਿਵੇਂ ਮਹਾਰਾਜ ਕਹਿੰਦੇ ਵੀ ਜੇ ਜੀਵ ਬੀਜਦਾ ਤਾਂ ਕਿੱਕਰ ਹੈ, ਹੁਣ ਉਹ ਆਖੇ ਵੀ ਉਹਨੂੰ ਦਾਖਾਂ ਲੱਗਣ ਅਤੇ ਉਹ ਤਾਂ ਉਹਨੂੰ ਲੱਗਣੀਆਂ ਨਹੀਂ। ਵੀ ਜੋ ਉਹਨੇ ਬੀਜਿਆ ਉਹੀ ਉਹਨੂੰ ਲੱਗਣਾ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਬਿੱਖ ਜ਼ਹਿਰ ਬੀਜਾਂਗੇ, ਫਿਰ ਅਸੀਂ ਆਖੀਏ ਵੀ ਸਾਨੂੰ ਅੰਮ੍ਰਿਤ ਫਲ ਮਿਲੇਗਾ, ਸਾਡੇ ਮਨ ਨੂੰ ਸੁੱਖ ਮਿਲੇਗਾ, ਸ਼ਾਂਤੀ ਮਿਲੇਗੀ, ਉਹ ਤਾਂ ਮਿਲਣੀ ਨਹੀਂ। ਸੋ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਵੱਤਰ, ਹੁਣ ਵੇਲਾ ਹੈ, ਤੁਸੀਂ ਉਹ ਨਾਮ ਧਨ ਦੀ ਖੇਤੀ ਕਰੋ ਵੀ ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ, ਅਤੇ ਜਦੋਂ ਅਸੀਂ ਦੇਹ ਛੱਡਣੀ ਉੱਥੇ ਵੀ ਉਹ ਧਨ ਨੇ ਸਾਡੇ ਨਾਲ ਜਾਣਾ। ਜੇ ਹੁਣ ਅਸੀਂ ਦਿਨ ਦੇ ਸਮੇਂ ਸਾਨੂੰ ਸਮਾਂ ਦਿੱਤਾ ਅਤੇ ਅਸੀਂ ਹੁਣ ਕਮਾਈ ਨਹੀਂ ਕੀਤੀ, ਫਿਰ ਅਸੀਂ ਭੁੱਖੇ ਅੱਗੇ ਕੀ ਖਾਵਾਂਗੇ। ਜਿਵੇਂ ਹੁਣ ਜੀਵ ਕੋਈ
ਦਿਹਾੜੀ ਜਾਂਦਾ ਹੈ। ਔਰ ਉੱਥੇ ਜਾ ਕੇ ਦਿਹਾੜੀ ਜਿਹੜਾ ਉਹਨੂੰ ਕੰਮ ਦਿੱਤਾ ਉਹ ਕੰਮ ਕਰੇ ਨਾ, ਉੱਥੇ ਜਾ ਕੇ ਸੌਂ ਜਾਵੇ, ਉੱਥੇ ਜਾ ਕੇ ਨਸ਼ਾ ਕਰ ਲਵੇ। ਅਤੇ ਜਦੋਂ ਉਹਨੇ ਘਰ ਵਾਪਸ ਆਉਣਾ, ਉਹੀਓ ਜਿਹੜਾ ਉਹਨੇ ਦਿਹਾੜੀ ਖੱਟਣੀ ਸੀ ਉਹਦਾ ਹੀ ਉਹਨੂੰ ਸੌਦਾ ਮਿਲਣਾ ਸੀ, ਉਹੀ ਉਹਨੇ ਛਕਣਾ ਸੀ, ਖਾਣਾ ਸੀ। ਔਰ ਉਹਨੇ ਨਾ ਦਾ ਕਰਮ ਕੀਤਾ ਅਤੇ ਉਲਟਾ ਨਸ਼ਾ ਕਰ ਲਿਆ, ਅਤੇ ਫਿਰ ਉਹ ਖਾਏਗਾ ਕੀ, ਭੁੱਖਾ ਰਹੇਗਾ। ਔਰ ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਸਮਝਾਉਂਦੇ ਮਹਾਰਾਜ ਕਹਿੰਦੇ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖ ਆ ਗਿਆ ਖਾਏ। ਵੀ ਹੁਣ ਵੱਤਰ ਸੀ, ਹੁਣ ਵੇਲਾ ਸੀ, ਹੁਣ ਤਾਂ ਤੂੰ ਕਮਾਈ ਕਰਨੀ ਸੀ, ਉਹ ਕਮਾਈ ਤਾਂ ਕਰਕੇ ਨਹੀਂ ਲੈ ਕੇ ਆਇਆ, ਹੁਣ ਤੂੰ ਕੀ ਖਾਏਂਗਾ, ਕੀ ਛਕੇਂਗਾ ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਜਿਵੇਂ ਤੁਸੀਂ ਤਨ ਵਾਸਤੇ ਕਰਮ ਕਰਦੇ ਹੋ, ਇਸੇ ਤਰ੍ਹਾਂ ਮਨ ਵਾਸਤੇ ਵੀ ਕਰ। ਮਨ ਵਾਸਤੇ ਫਿਰ ਇਹ ਸਿਮਰਨ ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟੇ ਹੋ ਦਿਹਾੜੀ। ਵੀ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਨੇ ਦਿਹਾੜੀ ਲਾਹਾ ਖੱਟਿਆ, ਅਤੇ ਜਿਨ੍ਹਾਂ ਨੇ ਲਾਹਾ ਖੱਟਿਆ ਹੁੰਦਾ, ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ, ਉਹ ਖੁਸ਼ੀ ਖੁਸ਼ੀ ਘਰ ਜਾਂਦੇ। ਅਤੇ ਅੱਗਿਓਂ ਜਾਣ ਸਾਰ ਮਾਤਾ ਪਿਤਾ ਵੀ ਸ਼ਾਬਾਸ਼ ਦਿੰਦੇ ਵੀ ਦਿਹਾੜੀ ਲਾਹਾ ਖੱਟ ਕੇ ਪਰਦੇਸ ਗਏ ਸੀ, ਇਹ ਕਮਾਈ ਕਰਕੇ ਲੈ ਕੇ ਆਏ, ਅਤੇ ਹੁਣ ਇਹਨਾਂ ਨੂੰ ਭੋਜਨ ਦਿਓ, ਇਹਨਾਂ ਨੂੰ ਖੁਰਾਕ ਦਿਓ। ਫਿਰ ਉੱਥੇ ਇਹ ਖਾਲੀ ਖਿਲਾਰ ਨੂੰ ਸੁੰਨ, ਇਹਨੂੰ ਥਾਲ ਦਾ ਨਾਂ ਦਿੱਤਾ। ਫਿਰ ਇਹਦੇ ਵਿੱਚ ਸਾਨੂੰ ਪਰੋਸ ਕੇ ਸਾਡੇ ਮਨ ਦਾ ਭੋਜਨ ਦਿੱਤਾ ਜਾਂਦਾ। ਮਹਾਰਾਜ ਫਰਮਾਉਂਦੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਆਧਾਰੋ। ਫਿਰ ਉਹ ਪਰੋਸ ਕੇ ਜਦੋਂ ਥਾਲ ਰੱਖਿਆ ਜਾਂਦਾ ਅਤੇ ਗੁਰਮੁਖ ਫਿਰ ਉੱਥੇ ਅਰਦਾਸ ਕਰਦੇ, ਬੇਨਤੀ ਕਰਦੇ, ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨ੍ਹਾਂ ਗੁਰੂ ਮਨਾਇਆ ਰਜ ਰਜ ਸੀ ਖਾਈ। ਵੀ ਜਿਨ੍ਹਾਂ ਨੇ ਕਮਾਈ ਕੀਤੀ, ਗੁਰੂ ਨੂੰ ਮਨਾਇਆ, ਉਹ ਫਿਰ ਰੱਜ ਰੱਜ ਕੇ ਛਕਦੇ। ਉੱਥੇ ਫਿਰ ਸਾਡੀ ਖੁਰਾਕ ਕੀ ਹੈ? ਅੰਮ੍ਰਿਤ, ਸਾਡੇ ਮਨ ਦਾ ਭੋਜਨ, ਮਨ ਦੀ ਖੁਰਾਕ। ਇਸੇ ਹੀ ਫਿਰ ਗੁਰਮੁਖ ਕਹਿੰਦੇ ਵੀ ਸਾਡੇ ਮਨ ਵਾਸਤੇ ਜਿਹੜਾ 36 ਪ੍ਰਕਾਰ ਦਾ ਭੋਜਨ, ਉਹ ਪਰਮਾਤਮਾ ਦਾ ਨਾਮ ਹੈ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ, ਸਾਡੇ ਮਨ ਦੀ ਭੁੱਖ ਖਤਮ ਹੋ ਜਾਂਦੀ। ਮਹਾਰਾਜ ਫਰਮਾਉਂਦੇ ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਵੀ ਜਿਹਨੂੰ ਖਾਣ ਦੇ ਨਾਲ ਮਨ ਦੀ ਤ੍ਰਿਪਤੀ ਹੋ ਜਾਂਦੀ, ਅਤੇ ਇੱਧਰ ਸੰਸਾਰ ਦਾ ਖਾਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਸੰਸਾਰ ਦੇ ਜਿਹੜੇ ਪਦਾਰਥ ਇਹ ਤਨ ਵਾਸਤੇ ਨੇ, ਸਰੀਰ ਵਾਸਤੇ, ਇਹਦੇ ਨਾਲ ਸਾਡੇ ਸਰੀਰ ਦੀ ਭੁੱਖ ਮਿਟ ਜੇਗੀ। ਜਿਵੇਂ ਆਪਾਂ ਪ੍ਰਸ਼ਾਦਾ ਛਕ ਲਿਆ, ਇਹ ਸਾਡੇ ਮਨ ਦੀ ਖੁਰਾਕ ਨਹੀਂ, ਇਹ ਤਨ ਦੀ ਖੁਰਾਕ। ਇਹਦੇ ਨਾਲ ਸਾਡਾ ਤਨ ਰੱਜ ਜੇਗਾ, ਤਨ ਦੀ ਸੰਤੁਸ਼ਟੀ ਹੋ ਜੇਗੀ। ਪਰ ਇਹਦੇ ਨਾਲ ਸਾਡੇ ਮਨ ਦੀ ਭੁੱਖ ਨਹੀਂ ਖਤਮ ਹੁੰਦੀ। ਔਰ ਇਹ ਜਿਹੜਾ ਆਪਾਂ ਪ੍ਰਸ਼ਾਦਾ ਛਕਦੇ ਹਾਂ, ਪਾਣੀ ਪੀਂਦੇ ਹਾਂ, ਇਹ ਸਾਡੇ ਤਨ ਦੀ ਖੁਰਾਕ, ਮਨ ਦੀ ਖੁਰਾਕ ਨਹੀਂ ਹੈ। ਜਿਹੜੀ ਮਨ ਦੀ ਖੁਰਾਕ ਹੈ ਉਹ ਅੰਮ੍ਰਿਤ ਰਸ ਹੈ, ਮਨ ਦਾ ਤੋਸਾ। ਮਾਰੇ ਫਰਮਾਉਂਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹੋ ਖਰਚ ਖੁੱਟ ਹੈ ਗੁਰਮੁਖ ਨਿਭੇ ਨਾਲ। ਜੇ ਹੁਣ ਅਸੀਂ ਤਨ ਨੂੰ ਤਾਂ ਪ੍ਰਸ਼ਾਦਾ ਭੋਜਨ ਛਕਾਈ ਜਾਂਦੇ ਹਾਂ, ਪਰ ਮਨ ਨੂੰ ਨਹੀਂ ਛਕਾਉਂਦੇ ਅਤੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਮਨ ਕਮਜ਼ੋਰ ਹੈ। ਜਿਵੇਂ ਹੁਣ ਆਪਾਂ ਤਨ ਨੂੰ ਭੋਜਨ ਨਾ ਦਈਏ, ਤਨ ਕਮਜ਼ੋਰ ਹੋ ਜਾਂਦਾ। ਆਪਾਂ ਪ੍ਰਸ਼ਾਦਾ ਨਾ ਛਕੀਏ ਅਤੇ ਗਰਮੈਸ਼ ਵੱਧੇਗੀ। ਉਹ ਜਦੋਂ ਗਰਮੀ ਵੱਧੇਗੀ ਅਤੇ ਸਾਡੇ ਤਨ ਦੇ ਵਿੱਚ ਰੋਗ ਪੈਦਾ ਹੋ ਜਾਣਗੇ, ਸਰੀਰ ਰੋਗੀ ਹੋ ਜਾਏਗਾ, ਕਮਜ਼ੋਰ ਹੋ ਜਾਏਗਾ, ਲਿੱਸਾ ਹੋ ਜਾਏਗਾ।
ਹੌਲੀ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਾਡਾ ਜਿਹੜਾ ਮਨ ਹੈ ਉਹਨੂੰ ਨਹੀਂ ਖੁਰਾਕ ਦਿੰਦੇ, ਫਿਰ ਸਾਡਾ ਮਨ ਕਮਜ਼ੋਰ ਹੋ ਜਾਂਦਾ। ਫਿਰ ਮਨ ਦੇ ਵਿੱਚ ਜਿਹੜੀ ਗਰਮੈਸ਼ ਤਪਸ਼ ਉਹ ਵੱਧ ਜਾਂਦੀ। ਫਿਰ ਇਹਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹਦਾ। ਫਿਰ ਇਹ ਛੋਟੀ ਛੋਟੀ ਗੱਲ 'ਤੇ ਕ੍ਰੋਧੀ ਹੋ ਜਾਂਦਾ। ਫਿਰ ਇਹ ਵੈਰ ਵਿਰੋਧ 'ਚ ਚਲਾ ਜਾਂਦਾ, ਦੁਬਦਾ ਦੇ ਵਿੱਚ ਈਰਖਾ ਨਫ਼ਰਤ 'ਚ ਚਲਾ ਜਾਂਦਾ, ਹਉਮੈ ਹੰਕਾਰ 'ਚ ਚਲਾ ਜਾਂਦਾ। ਇਹ ਜਿਹੜਾ ਮਨ ਕਮਜ਼ੋਰ, ਜਿਹੜਾ ਮਨ ਰੋਗੀ, ਇਹ ਰੋਗੀ ਚਿੱਤ ਦੇ ਲੱਛਣ ਨੇ। ਲੜਾਈਆਂ ਝਗੜੇ ਕਰਨੇ, ਦੁਬਦਾ ਕਰਨੀ, ਵੈਰ ਵਿਰੋਧ ਕਰਨਾ, ਫਿੱਕੇ ਬੋਲ ਬੋਲਣੇ। ਇਹ ਜਿਹੜਾ ਮਨ ਕਮਜ਼ੋਰ ਹੈ, ਜਿਹੜਾ ਮਨ ਰੋਗੀ ਹੈ, ਜਿਹਦੇ ਅੰਦਰ ਤਪਸ਼ ਗਰਮੈਸ਼ ਵੱਧ ਗਈ, ਉਹਦੇ ਲੱਛਣ। ਔਰ ਫਿਰ ਅਸੀਂ ਆਖੀਏ ਵੀ ਜਿਹੜਾ ਰੋਗੀ ਮਨ ਹੋਇਆ ਹੋਇਆ ਵੀ ਸਾਨੂੰ ਸ਼ਾਂਤੀ ਆਵੇ, ਅਤੇ ਸ਼ਾਂਤੀ ਕਿੱਥੋਂ ਆਵੇ? ਫਿਰ ਤੁਹਾਨੂੰ ਸ਼ਾਂਤੀ ਆਉਣੀ ਨਹੀਂ, ਕਿਉਂਕਿ ਸ਼ਾਂਤੀ ਲਿਆਉਣ ਵਾਸਤੇ ਪਹਿਲਾਂ ਉਹਦੇ ਰੋਗ ਠੀਕ ਹੋਣ। ਰੋਗ ਠੀਕ ਤਾਂ ਹੋਣਗੇ ਜੇ ਉਹ ਸੰਗਤ ਕਰੇਗਾ, ਜੇ ਉਹ ਸਿਮਰਨ ਕਰੇਗਾ, ਨਹੀਂ ਤਾਂ ਉਹਦੇ ਰੋਗ ਜਿਹੜੇ ਉਹ ਹੋਰ ਵੱਧਦੇ ਜਾਣਗੇ। ਜਿਉਂ ਜਿਉਂ ਜੀਵ ਦੀ ਉਮਰ ਵੱਧਦੀ ਅਤੇ ਉਹਦੇ ਰੋਗ ਵੱਧਦੇ, ਤਨ ਦੇ ਵੀ ਅਤੇ ਮਨ ਦੇ ਵੀ। ਜਿਵੇਂ ਆਪਾਂ ਤਨ ਕਰਕੇ ਦੇਖਦੇ ਵੀ ਜਿਉਂ ਜਿਉਂ ਜੀਵ ਵਡੇਪਾ ਆਉਂਦਾ ਤਿਉਂ ਤਿਉਂ ਤਨ ਦੇ ਰੋਗ ਵੱਧਦੇ ਜਾਂਦੇ, ਸਰੀਰ ਰੋਗੀ ਹੋ ਜਾਂਦਾ। ਹੌਲੀ ਇਸੇ ਤਰ੍ਹਾਂ ਹੀ ਮਨ ਹੈ। ਜੇ ਅਸੀਂ ਨਹੀਂ ਸਿਮਰਨ ਕਰਾਂਗੇ, ਨਹੀਂ ਸੰਗਤ ਕਰਾਂਗੇ, ਉਹ ਰੋਗ ਹੋਰ ਵੱਧਦੇ ਜਾਣੇ ਅੱਗੇ ਦੀ ਅੱਗੇ। ਜਿਵੇਂ ਬੱਚਾ ਹੁੰਦਾ ਬਚਪਨ 'ਚ ਘੱਟ ਰੋਗੀ, ਕਿਉਂਕਿ ਉਹਦੇ ਇੰਨੇ ਵਿਚਾਰ ਨਹੀਂ ਹੈ, ਵਿਚਾਰ ਥੋੜ੍ਹੇ ਨੇ। ਵੱਡਾ ਹੋ ਗਿਆ, ਜਵਾਨ ਹੋ ਗਿਆ, ਉਸ ਤੋਂ ਵੱਧ ਰੋਗ ਵੱਧ ਗਏ, ਹੋਰ ਰੋਗੀ ਹੋ ਗਿਆ। ਵਡੇਪਾ ਆ ਗਿਆ ਅਤੇ ਉਦੋਂ ਵੱਧ ਰੋਗ ਵੱਧ ਗਏ, ਹੋਰ ਵਿਚਾਰ ਹੋਰ ਫੁਰਨੇ ਵੱਧ ਗਏ ਅਤੇ ਉਹ ਨੀਂਦ ਨਹੀਂ ਆਉਂਦੀ। ਜਿੰਨਾ ਮਨ ਅਸ਼ਾਂਤ, ਜਿੰਨਾ ਮਨ ਰੋਗੀ ਹੋਏਗਾ, ਉਹ ਨੀਂਦ ਘੱਟਦੀ ਜਾਂਦੀ। ਬੱਚਾ ਦੇਖੋ, ਬੱਚਾ ਕਿੰਨਾ ਸੌਂਦਾ ਆਪਾਂ ਦੇਖਦੇ, ਕਿਉਂਕਿ ਉਹਨੂੰ ਰੋਗ ਨਹੀਂ ਹੁੰਦਾ। ਜਿਉਂ ਜਿਉਂ ਵੱਡਾ ਹੁੰਦਾ ਜਾਂਦਾ, ਮਨ ਦੇ ਰੋਗ ਵੱਧਦੇ ਜਾਂਦੇ। ਉਹ ਅਤੇ ਉਦੋਂ ਅਸੀਂ ਆਪਦੇ ਘਰ ਜਾਣਾ ਉੱਧਰ ਘੱਟ ਕਰ ਦਿੰਦੇ ਹਾਂ, ਇੱਧਰ ਮਾਇਆ ਦੇ ਘਰ 'ਚ ਜ਼ਿਆਦਾ ਰਹਿਣਾ ਸ਼ੁਰੂ ਕਰ ਦਿੰਦੇ। ਫਿਰ ਇੱਕ ਦਿਨ ਐਸਾ ਹੁੰਦਾ ਵੀ ਜੀਵ ਦੇ ਇੰਨੇ ਰੋਗ ਵੱਧ ਜਾਂਦੇ, ਉਹਨੂੰ ਨੀਂਦ ਹੀ ਨਹੀਂ ਆਉਂਦੀ, ਘਰ ਜਾਂਦਾ ਹੀ ਨਹੀਂ, ਉਹ ਵਿਚਾਰ ਹੀ ਫੁਰਨੇ ਇੰਨੇ ਵੱਧ ਜਾਂਦੇ। ਫਿਰ ਉਹਦੇ ਵਾਸਤੇ ਉਹ ਡਾਕਟਰਾਂ ਪਾਸ ਜਾਂਦਾ, ਉਹ ਦਵਾਈਆਂ ਦਿੰਦੇ ਵੀ ਆਹ ਗੋਲੀਆਂ ਖਾਓ ਜੀ, ਅਤੇ ਫਿਰ ਉਹਨੂੰ ਥੋੜ੍ਹਾ ਸਮਾਂ ਨੀਂਦ ਆਉਂਦੀ, ਨਹੀਂ ਤਾਂ ਨੀਂਦ ਨਹੀਂ ਆਉਂਦੀ। ਔਰ ਜੇ ਅਸੀਂ ਆਖੀਏ ਵੀ ਅਸੀਂ ਤਰੱਕੀ ਕਰ ਲਈ ਜੀ, ਇਹ ਕੋਈ ਤਰੱਕੀ ਨਹੀਂ ਹੈ। ਵੀ ਜਿਵੇਂ ਸੰਸਾਰ 'ਚ ਜੀਵ ਕਹਿੰਦਾ ਵੀ ਪਹਿਲਾਂ ਕੱਚੇ ਘਰ ਸੀ ਜੀ, ਕੱਚੇ ਰਾਹ ਹੁੰਦੇ ਸੀ, ਅਤੇ ਹੁਣ ਤਾਂ ਅਸੀਂ ਬੜੀ ਤਰੱਕੀ ਕਰ ਲਈ ਜੀ, ਰਾਹ ਪੱਕੇ ਕਰ ਲਏ, ਘਰ ਕੱਚਿਆਂ ਤੋਂ ਪੱਕੇ ਬਣਾ ਲਏ। ਔਰ ਸਾਡੇ ਮਨ ਦੀ ਜਿਹੜੀ ਹਾਲਤ, ਉਹ ਆਪਾਂ ਦੇਖਣੀ ਵੀ ਉਹ ਕਿੱਥੇ ਹੈ, ਸਾਡੇ ਮਨ ਦੀ ਕੀ ਅਵਸਥਾ ਹੈ। ਅਸੀਂ ਮਨ ਕਰਕੇ ਤਰੱਕੀ ਕੀਤੀ ਕਿ ਜਾਂ ਸਾਡਾ ਮਨ ਹੋਰ ਦੁਬਦਾ ਵਿੱਚ, ਹੋਰ ਵੈਰ ਵਿਰੋਧ 'ਚ ਚਲਾ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨੂੰ ਦੱਸਦੇ ਵੀ ਇਹ ਜਿਹਨੂੰ ਸੰਸਾਰ ਤਰੱਕੀ ਕਹਿੰਦਾ, ਇਹ ਕੋਈ ਤਰੱਕੀ ਨਹੀਂ ਹੈ। ਵੀ ਜਿਵੇਂ ਸੰਸਾਰ ਦਾ ਕਹਿੰਦਾ ਵੀ ਬੱਲੇ ਬੱਲੇ, ਆਹ ਤਾਂ ਇੰਨਾ ਵੀ ਉਹਨੇ ਧਨ ਇਕੱਠਾ ਕਰ ਲਿਆ, ਇੰਨਾ ਵੱਡਾ ਮਕਾਨ ਬਣਾ ਲਿਆ। ਸਤਿਗੁਰੂ ਦੱਸਦੇ ਵੀ ਜੇ ਜੀਵ ਸ਼ਬਦ ਦੀ ਕਮਾਈ ਨਹੀਂ ਕਰਦਾ, ਜੇ ਉਹ ਨਹੀਂ ਨਾਮ ਦੇ ਨਾਲ ਜੁੜਿਆ, ਨਹੀਂ ਸੱਚ ਨਾਲ ਜੁੜਿਆ, ਨਹੀਂ ਉਹ ਗੁਰੂ ਦਾ ਉਪਦੇਸ਼ ਕਮਾਉਂਦਾ, ਫਿਰ ਉਹ ਹੋਰ ਜ਼ਿਆਦਾ ਦਲਦਲ ਦੇ ਵਿੱਚ ਧਸ ਗਿਆ। ਵੀ ਜਿਵੇਂ ਸੰਸਾਰੀ ਕਹਿੰਦਾ ਵੀ ਮਾਂ ਪਿਓ ਨੇ ਨਹੀਂ ਇੰਨੀ ਤਰੱਕੀ ਕੀਤੀ, ਬੱਚਿਆਂ ਨੇ ਬਾਹਲੀ ਕਰ ਲਈ। ਹੁਣ ਜਿਹੜੇ ਸੰਸਾਰ 'ਚੋਂ ਚਲੇ ਗਏ, ਜਿਵੇਂ ਕੋਈ ਚਲਾ ਜਾਂਦਾ ਹੈ, ਉਦੋਂ ਬਾਅਦ 'ਚੋਂ ਬੱਚੇ ਖੜ੍ਹੇ ਹੋ ਜਾਂਦੇ, ਅਤੇ ਉਹ ਉਦੋਂ ਵੱਧ ਦੁੱਗਣਾ, ਉਹ ਹੋਰ ਜ਼ਿਆਦਾ ਇਹ ਕਰਮ ਨੂੰ ਦ੍ਰਿੜ ਕਰ ਲੈਂਦੇ ਮਾਇਆ ਨੂੰ। ਮਾਰੇ ਕਹਿੰਦੇ ਮਾਂ ਪਿਓ ਘੱਟ ਧਸੇ ਸੀ ਅਤੇ ਬੱਚੇ ਉਦੋਂ ਵੱਧ ਧਸ ਗਏ।
ਜਿਹੜਾ ਧੰਦਾ ਕਰਦੇ ਉਹ ਚਲੇ ਗਏ, ਜਿਹਦੇ ਨਾਲ ਉਹ ਲਿਪਟੇ ਰਹੇ ਮਾਇਆ ਦੇ ਨਾਲ। ਇਹਨਾਂ ਨੇ ਉਹਨਾਂ ਤੋਂ ਦੁੱਗਣੀ ਮਾਇਆ ਹੋਰ ਦ੍ਰਿੜ ਕਰ ਲਈ। ਸਤਿਗੁਰੂ ਫਰਮਾਉਂਦੇ ਅਗਲੇ ਮੂਏ ਸੇ ਪਾਛੇ ਪਰੇ, ਜੋ ਉਭਰੇ ਸੋ ਬੰਦ ਲੱਕ ਖੜੇ। ਜੈ ਧੰਦੇ ਮੈਂ ਹੋਏ ਲਪਟਾਏ, ਉਨ ਤੇ ਦੁਗੜ ਦਿੜੀ ਉਨਮਾਏ। ਬਈ ਜਿਹੜਾ ਧੰਦਾ ਕਰਦੇ ਸਾਡੇ ਵੱਡੇ ਵਡੇਰੇ ਲੱਕੜ ਦਾਦੇ ਦਾਦੇ ਪੜਦਾਦੇ ਚਲੇ ਗਏ, ਜਿਨ੍ਹਾਂ ਦਾ ਕੋਈ ਨਾਂ ਤਾਂ ਹੀ ਨਹੀਂ, ਅਸੀਂ ਜਾਣਦੇ ਹੀ ਨਹੀਂ ਵੀ ਕੌਣ ਕੌਣ ਸੀ। ਤੇ ਮਹਾਰਾਜ ਕਹਿੰਦੇ ਵੀ ਇਹ ਮਾਇਆ ਦੇ ਕਾਰਜ ਕਿਸੇ ਨੇ ਪੂਰੇ ਨਹੀਂ ਕੀਤੇ। ਇਹ ਸਮਾਂ ਸਾਡਾ ਪੂਰਾ ਹੋ ਜਾਂਦਾ ਤੇ ਜੀਵ ਅਧੂਰਾ ਹੀ ਛੱਡ ਕੇ ਵਿੱਚੋਂ ਫੇਰ ਅੱਗੇ ਚਲਾ ਜਾਂਦਾ। ਮਹਾਰਾਜ ਫਰਮਾਉਂਦੇ ਕਰ ਕਰ ਥਾਕੇ ਵੱਡੇ ਵਡੇਰੇ, ਕਿ ਨਹੀਂ ਨਾ ਕੀਏ ਮਾਇਆ ਕਾਜ ਪੂਰੇ। ਬਈ ਐਸੇ ਕਿਸੇ ਨੇ ਕਦੇ ਪੂਰੀ ਨਹੀਂ ਪਾਈ। ਜੇ ਅਸੀਂ ਆਖੀਏ ਨਾ ਵੀ ਅਸੀਂ ਜਿੰਨਾ ਮਰਜ਼ੀ ਦਿਨ ਰਾਤ ਕਰਦੇ ਰਹੀਏ ਵੀ ਸਾਡੀ ਪੂਰੀ ਪੈ ਜਾਏਗੀ ਜੀ, ਮਹਾਰਾਜ ਕਹਿੰਦੇ ਕਿੰਨੇ ਵੱਡੇ ਵਡੇਰੇ ਤੁਹਾਡੇ ਕਰ ਕਰਕੇ ਚਲੇ ਗਏ, ਕਿਸੇ ਨੇ ਪੂਰੀ ਨਹੀਂ ਪਾਈ, ਕਿਸੇ ਦਾ ਇਹ ਕਾਰਜ ਪੂਰੇ ਨਹੀਂ ਹੋਏ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤਰੱਕੀ ਹੁੰਦੀ ਆਤਮਿਕ ਤੌਰ 'ਤੇ, ਵੀ ਸਾਡੇ ਮਨ ਨੂੰ ਕਿੰਨੀ ਕੁ ਸ਼ਾਂਤੀ ਹੈ, ਸਾਡੇ ਅੰਦਰ ਸਹਿਜ ਅਵਸਥਾ ਕਿੰਨੀ ਕੁ ਬਣੀ ਹੈ। ਅਸੀਂ ਆਪਦੇ ਘਰ ਗਏ ਹਾਂ ਕਿ ਨਹੀਂ ਗਏ, ਅਸੀਂ ਆਤਮਿਕ ਤੌਰ 'ਤੇ ਤਰੱਕੀ ਕੀਤੀ ਕਿ ਨਹੀਂ ਕੀਤੀ। ਜੇ ਤਾਂ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ 'ਚ ਵਸਾਉਂਦੇ, ਫਿਰ ਤਾਂ ਅਸੀਂ ਆਤਮਿਕ ਤੌਰ 'ਤੇ ਤਰੱਕੀ ਕਰਦੇ। ਪਰ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਨੂੰ ਹਿਰਦੇ 'ਚ ਵਸਾਉਂਦੇ ਹੀ ਨਹੀਂ, ਤੇ ਸਾਡਾ ਮਨ ਹੋਰ ਰੋਗੀ ਹੋ ਜਾਂਦਾ। ਮਾਰੇ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਵੀ ਉਹਨੂੰ ਸੁਣ ਕੇ ਹਿਰਦੇ 'ਚ ਵਸਾਓ। ਸੁਣ ਉਪਦੇਸ਼ ਹਿਰਦੇ ਵਸਾਵੋ, ਵੀ ਇਹ ਉਪਦੇਸ਼ ਨੂੰ ਸੁਣ ਕੇ ਇਹਨੂੰ ਹਿਰਦੇ 'ਚ ਵਸਾਓ, ਇਹਨੂੰ ਮੰਨੋ, ਕਮਾਵੋ ਇਹਨੂੰ। ਜੇ ਅਸੀਂ ਕਮਾਵਾਂਗੇ ਤੇ ਫਿਰ ਅਸੀਂ ਤਰੱਕੀ ਕਰਾਂਗੇ, ਨਹੀਂ ਤਾਂ ਜਿਹਨੂੰ ਸੰਸਾਰ ਤਰੱਕੀ ਕਹਿੰਦਾ ਇਹ ਕੋਈ ਤਰੱਕੀ ਨਹੀਂ ਹੈ। ਜੇ ਅਸੀਂ ਵੈਰ ਵਿਰੋਧ ਹੀ ਕਰਦੇ ਰਹੇ, ਦੁਵਿਧਾ ਹੀ ਕਰਦੇ ਰਹੇ, ਸਾਡੇ ਮਨ ਨੂੰ ਸ਼ਾਂਤੀ ਨਹੀਂ, ਤੇ ਇਹ ਕਾਹਦੀ ਤਰੱਕੀ। ਜਿਹੜੀ ਅਸੀਂ ਤਰੱਕੀ ਕੀਤੀ ਇੱਥੋਂ ਅਸੀਂ ਨਾਲ ਕੀ ਲੈ ਜਾਣ। ਵੀ ਜ਼ਿਆਦਾ ਅਸੀਂ ਆਖੀਏ ਵੀ ਅਸੀਂ ਇੰਨਾ ਇਕੱਠਾ ਕਰ ਲਿਆ ਜੀ, ਇੱਥੋਂ ਅਸੀਂ ਨਾਲ ਲੈ ਜਾਵਾਂਗੇ, ਇੱਥੋਂ ਤਾਂ ਅਸੀਂ ਕੁਛ ਨਾਲ ਲਿਜਾ ਹੀ ਨਹੀਂ ਸਕਦੇ। ਫਿਰ ਜਦੋਂ ਅਸੀਂ ਨਾਮ ਦੀ ਕਮਾਈ ਨੂੰ ਛੱਡ ਕੇ ਇਕੱਲੀ ਸੰਸਾਰ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ, ਇਹ ਸੰਸਾਰੀ ਧਨ ਹੀ ਇਕੱਠਾ ਕੀਤੀ ਜਾਂਦੇ, ਪਦਾਰਥ ਹੀ ਇਕੱਠੇ ਕਰੀ ਜਾਂਦੇ, ਫਿਰ ਇਹ ਸਾਡੇ ਅੰਦਰ ਹਉਮੈ ਪੈਦਾ ਕਰਦਾ, ਹੰਕਾਰ। ਜਿੰਨਾ ਅਸੀਂ ਸਾਜੋ ਸਮਾਨ ਵੱਧ ਇਕੱਠਾ ਕਰਾਂਗੇ ਉਨੀ ਸਾਡੇ ਅੰਦਰ ਹਉਮੈ ਆਏਗੀ, ਹੰਕਾਰ ਆਏਗੀ। ਕਿਉਂਕਿ ਜੇ ਅਸੀਂ ਮਨ ਨੂੰ ਨਾਮ ਦਾ ਆਸਰਾ ਨਹੀਂ ਦੇਵਾਂਗੇ ਤੇ ਇਹ ਲਾਜ਼ਮੀ ਆਉਣਾ, ਇਹਨੇ ਆਉਣਾ ਹੀ ਆਉਣਾ। ਫਿਰ ਮਹਾਰਾਜ ਕਹਿੰਦੇ ਵੀ ਜੇ ਅਸੀਂ ਇਹਦਾ ਗੁਮਾਨ ਨਹੀਂ ਕਰਾਂਗੇ ਵੀ ਸਾਡੇ ਕੋਲ ਧਨ ਬਹੁਤ ਹੈ ਜੀ, ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਜੀ, ਤੇ ਉਹਦਾ ਹੰਕਾਰ ਆ ਗਿਆ, ਗੁਮਾਨ ਆ ਗਿਆ, ਤੇ ਮਹਾਰਾਜ ਉਹਨੂੰ ਕੀ ਕਹਿੰਦੇ, ਕਹਿੰਦੇ ਬੜਾ ਵੱਡਾ ਮੂਰਖ, ਵੀ ਇਹਨੂੰ ਇਹ ਨਹੀਂ ਪਤਾ ਵੀ ਇੱਥੋਂ ਮੈਂ ਨਾਲ ਕੀ ਲੈ ਜਾਵਾਂ। ਸਤਿਗੁਰੂ ਉਹਨੂੰ ਕੀ ਕਹਿੰਦੇ, ਕਹਿੰਦੇ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਮੂਰਖ ਅੰਧ ਗਿਆਨੀ, ਵੀ ਇਹਨੂੰ ਇਹ ਨਹੀਂ ਪਤਾ ਵੀ ਜਿਹਦਾ ਮੈਂ ਹੰਕਾਰ ਕਰਦਾ ਵੀ ਇੱਥੋਂ ਮੈਂ ਕੁਛ ਨਾਲ ਨਹੀਂ ਲੈ ਕੇ ਜਾ ਸਕਦਾ। ਮਹਾਰਾਜ ਇਸ ਲਈ ਫਿਰ ਮਨ ਨੂੰ ਮੂਰਖ ਕਹਿੰਦੇ, ਵੀ ਮੂਰਖ ਮਨਾਂ ਤੂੰ ਕਾਹਦਾ ਮਨ, ਕਾਹਦਾ ਹੰਕਾਰ ਕਰਦਾ, ਵੀ ਜਿਹੜਾ ਤੂੰ ਇੱਥੇ ਇਕੱਠਾ ਕਰਨ ਲੱਗਿਆ ਹੋਇਆ ਦਿਨ ਰਾਤ, ਵੀ ਇਕੱਠਾ ਤਾਂ ਤੂੰ ਤਾਂ ਕਰ ਵੀ ਜੇ ਤੂੰ ਇੱਥੇ ਮੁੜ ਕੇ ਵਾਪਸ ਆਉਣਾ ਹੋਵੇ। ਵੀ ਮੈਂ ਇਕੱਠਾ ਕਰੀ ਜਾਂਦਾ ਜੀ, ਕਰੀ ਜਾਂਦਾ,
ਤੇ ਜਦੋਂ ਫੇਰ ਆਊਂ ਮੈਂ ਫੇਰ ਆ ਕੇ ਵਰਤ ਲੂੰ ਇਹਨੂੰ। ਜਦੋਂ ਅਸੀਂ ਦੁਬਾਰਾ ਇੱਥੇ ਵਾਪਸ ਆਉਣਾ ਹੀ ਨਹੀਂ। ਤੇ ਫਿਰ ਮਹਾਰਾਜ ਮਨ ਨੂੰ ਕਹਿੰਦੇ ਵੀ ਇਹ ਵੀ ਨਹੀਂ ਹੋ ਸਕਦਾ ਵੀ ਤੂੰ ਆਖੇ ਵੀ ਮੈਂ ਸਦਾ ਇੱਥੇ ਰਹਿਣਾ, ਤੂੰ ਸਦਾ ਵੀ ਨਹੀਂ ਰਹਿ ਸਕਦਾ ਇਹ ਘਰ ਦੇ ਵਿੱਚ, ਤੈਨੂੰ ਹੀ ਛੱਡਣਾ ਪੈਣਾ। ਫਿਰ ਤੂੰ ਕਾਹਦੀ ਹਉਮੈ ਕਾਹਦਾ ਹੰਕਾਰ ਕਰਤ, ਰਮਾਉਂਦੇ ਮੂਰਖ ਮਨ ਕਾਹੇ ਕਰ ਸੇ ਮਨ, ਉੱਠ ਚੱਲਣਾ ਖਸਮੇ ਭਾਣਾ, ਤਜ ਸਾਧ ਸਹਿ ਸੁਖ ਹੋਈ, ਘਰ ਛੱਡਣੇ ਬਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਬੇ ਤੂੰ ਇਕੱਠਾ ਤਾਂ ਕਰੀ ਜਾ ਵੀ ਦੁਬਾਰਾ ਆਵਾਂਗੇ ਫੇਰ ਵਰਤ ਲਾਂਗੇ। ਜੇ ਤੂੰ ਦੁਬਾਰਾ ਆਉਣਾ ਹੀ ਨਹੀਂ, ਜੇ ਮੰਨ ਲਓ ਆ ਵੀ ਗਿਆ, ਹੁਣ ਆਪਣਾ ਜਨਮ ਜਿੱਥੇ ਹੋਇਆ, ਆਪਣਾ ਮੰਨ ਲਓ ਮੁੜ ਕੇ ਜਨਮ ਕਿਤੇ ਹੋਰ ਹੋ ਗਈ, ਆਪਣਾ ਮਾਨਸ ਜਾਮਾ ਮਿਲ ਵੀ ਗਿਆ। ਚਲੋ ਜੇ ਮਿਲ ਵੀ ਜਾਂਦਾ, ਵੈਸੇ ਤਾਂ ਯਾਦ ਨਹੀਂ ਰਹਿੰਦਾ ਸਾਨੂੰ ਵੀ ਇਸ ਤੋਂ ਪਹਿਲਾਂ ਅਸੀਂ ਕਿੱਥੇ ਸੀ, ਸਾਡਾ ਜਨਮ ਕਿੱਥੇ ਸੀ। ਜੇ ਮੰਨ ਲਓ ਯਾਦ ਵੀ ਰਹਿ ਗਿਆ ਆਪਾਂ, ਫਿਰ ਕੋਈ ਆ ਕੇ ਦਾਅਵਾ ਕਰੇ ਵੀ ਆ ਮੇਰਾ ਇਕੱਠਾ ਕੀਤਾ ਹੋਇਆ ਜੀ, ਮੈਨੂੰ ਦਵੋ, ਕੋਈ ਦਊ ਉਹਨੂੰ, ਚਾਹੇ ਉਹਦੇ ਧੀਆਂ ਪੁੱਤਰ ਨੇ, ਕਿਸੇ ਨੇ ਲਾਗੇ ਵੀ ਨਹੀਂ ਲੱਗਣ ਦੇਣਾ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਇਹ ਜਿਹੜਾ ਸੰਸਾਰ ਦਾ ਇਹ ਸਭ ਝੂਠਾ ਹੈ, ਵੀ ਇਸ ਕੋਈ ਵੀ ਚੀਜ਼ ਕੋਈ ਵੀ ਵਸਤੂ ਸਾਡੇ ਨਾਲ ਨਹੀਂ ਜਾਣੀ, ਜਿਹਨੇ ਨਾਲ ਜਾਣਾ ਉਹ ਹੈ ਸਿਰਫ ਨਾਮ ਧਨ। ਜੇ ਅਸੀਂ ਨਾਮ ਦੀ ਕਮਾਈ ਕਰਾਂਗੇ, ਸਾਡੇ ਪੱਲੇ ਨਾਮ ਧਨ ਹੋਏਗਾ, ਫਿਰ ਆਪਣਾ ਮਨ ਹੈ ਜਿਹੜਾ ਉਹ ਸਹਿਜ ਵਿੱਚ ਰਹੇਗਾ, ਆਨੰਦ ਅਵਸਥਾ 'ਚ ਰਹੇਗਾ। ਫਿਰ ਚਾਹੇ ਸੰਸਾਰ ਦਾ ਸਾਡੇ ਕੋਲ ਬਹੁਤਾ ਧਨ ਹੈ, ਫਿਰ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਡੇ ਕੋਲ ਧਨ ਘੱਟ ਹੈ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਸਾਡੇ ਮਨ ਦੀ ਅਵਸਥਾ। ਫਿਰ ਮਨ ਜਦੋਂ ਸਹਿਜ ਵਿੱਚ ਆ ਗਿਆ, ਫਿਰ ਬਹੁਤਾ ਧਨ ਸਾਡੇ ਅੰਦਰ ਹੰਕਾਰ ਨਹੀਂ ਪੈਦਾ ਕਰੇਗਾ, ਸਾਡੇ ਅੰਦਰ ਹਉਮੈ ਨਹੀਂ ਪੈਦਾ ਹੋਏਗੀ, ਕਿਉਂਕਿ ਸਾਨੂੰ ਪਤਾ ਭੇਤ ਆ ਗਿਆ, ਸੋਝੀ ਆ ਗਈ। ਜੇ ਨਹੀਂ ਬਹੁਤਾ ਧਨ ਸੰਸਾਰ ਦਾ, ਤੇ ਫਿਰ ਇਹ ਕੋਈ ਰੋਏ ਪਿੱਟੇਗਾ ਨਹੀਂ, ਕਿਉਂਕਿ ਇਹਨੂੰ ਭੇਤ ਆ ਗਿਆ ਵੀ ਇਹ ਤਾਂ ਸਿਰਫ ਮਾਇਆ ਗੁਜਰਾਨ, ਵੀ ਇਹ ਤੋਂ ਕਿਹੜਾ ਕੁਛ ਨਾਲ ਲੈ ਜਾਣਾ, ਵੀ ਠੀਕ ਹੈ ਗੁਜ਼ਾਰਾ ਚੱਲੀ ਜਾ ਰਿਹਾ, ਤੇ ਬਹੁਤਾ ਇਕੱਠਾ ਕਰਕੇ ਲੈਣਾ ਵੀ ਕੀ ਜਾਣੀ ਦੇ। ਫਿਰ ਇਹ ਤੋਂ ਇਹ ਦੋਵਾਂ ਤੋਂ ਉੱਪਰ ਉੱਠ ਜਾਂਦਾ, ਸੰਸਾਰ ਦੇ ਸੁੱਖਾਂ ਤੋਂ ਦੁੱਖਾਂ ਤੋਂ, ਮਾਣ ਤੋਂ ਅਪਮਾਨ ਤੋਂ, ਖੁਸ਼ੀ ਤੋਂ ਗਮੀ ਤੋਂ। ਜਿਹੜਾ ਉੱਪਰ ਉੱਠ ਗਿਆ ਉਹਨੇ ਜੀਵਨ ਮੁਕਤ ਹੋਣਾ। ਜੇ ਅਸੀਂ ਇਹਦੇ ਵਿੱਚ ਹੀ ਫਸੇ ਰਹਾਂਗੇ ਤੇ ਫਿਰ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਇਉਂ ਮਾਰੇ ਸਾਨੂੰ ਫਿਰ ਸਮਝਾਉਂਦੇ ਔਸਤ, ਵੀ ਜਿਹੜੀ ਔਸਤ ਹੈ ਜਾਂ ਨਿੰਦੇ ਹੈ, ਜਾਂ ਮਾਣ ਹੈ ਜਾਂ ਅਪਮਾਨ ਹੈ, ਖੁਸ਼ੀ ਹੈ ਗਮੀ ਹੈ, ਹਰਖ ਹੈ ਸੋਗ ਹੈ, ਵੀ ਇਹ ਤੋਂ ਉੱਪਰ ਉੱਠ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤੱਤ ਪਛਾਨਾ। ਵੀ ਉਹਨਾਂ ਨੇ ਹਰ ਤੱਤ ਦੀ ਪਹਿਚਾਣ ਕੀਤੀ ਜਿਹੜੇ ਇਹਨਾਂ ਤੋਂ ਉੱਪਰ ਉੱਠੇ। ਹੁਣ ਉੱਪਰ ਸਾਤੋਂ ਇਹਨਾਂ ਤੋਂ ਉੱਠਿਆ ਜਾਣਾ, ਜੇ ਅਸੀਂ ਮਨ ਨੂੰ ਸ਼ਬਦ ਦਾ ਆਸਰਾ ਦੇਵਾਂਗੇ, ਜੇ ਅਸੀਂ ਸਿਮਰਨ ਕਰਾਂਗੇ, ਜੇ ਸਾਡੇ ਮਨ ਦੀ ਕਮਾਈ ਹੋਏਗੀ, ਫਿਰ ਇਹਨਾਂ ਤੋਂ ਉੱਪਰ ਉੱਠ ਸਕਦਾ, ਨਹੀਂ ਤਾਂ ਇਹਨਾਂ ਤੋਂ ਉੱਪਰ ਨਹੀਂ ਉੱਠ ਸਕਦਾ। ਜੇ ਨਹੀਂ ਮਨ ਦੀ ਕੁਛ ਹੀ ਲੱਗਣਾ। ਜੇ ਹੁਣ ਮਨ ਸਾਡਾ ਇਹਨਾਂ ਤੋਂ ਉੱਪਰ ਉੱਠ ਗਿਆ, ਸਹਿਜ ਅਵਸਥਾ ਚਲਾ ਗਿਆ, ਫਿਰ ਆਪਾਂ ਨੂੰ ਕੋਈ ਪਾਪ ਪੁੰਨ ਨਹੀਂ ਲੱਗਦਾ। ਫਿਰ ਇਹਨਾਂ ਪਾਪਾਂ ਪੁੰਨਾਂ ਤੋਂ ਸਾਡਾ ਮਨ ਉੱਪਰ ਚਲਾ ਜਾਂਦਾ। ਤਾਂਹੀਓ ਭਗਤਾਂ ਨੇ ਆਖਿਆ, ਜਦੋਂ ਇਹਨਾਂ ਤੋਂ ਉੱਪਰ ਚਲੇ ਗਏ, ਉਹ ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ। ਇਹ ਦੋਵੇਂ ਇੱਕੋ ਜਿਹੀ, ਇੱਕ ਸਮਾਨ ਹੀ, ਕਿਉਂਕਿ ਵਿਚਾਰਾਂ 'ਚ ਨੇ। ਜਦੋਂ ਸਾਡਾ ਮਨ ਵਿਚਾਰਾਂ 'ਚ ਹੁੰਦਾ, ਉਦੋਂ ਅਸੀਂ ਕਹਿੰਦੇ ਆ ਮਾੜਾ, ਇਹ ਪਾਪ ਕੀਤਾ। ਜਦੋਂ ਮਨ ਵਿਚਾਰਾਂ 'ਚ ਹੁੰਦਾ, ਚੰਗਾ ਜੀ ਆ ਪੁੰਨ ਕੀਤਾ। ਜਦੋਂ ਅਸੀਂ ਵਿਚਾਰਾਂ ਤੋਂ ਹੀ ਰਹਿਤ ਹੋ ਗਏ, ਉੱਪਰ ਉੱਠ ਗਏ, ਤੇ ਫਿਰ ਤਾਂ ਦੋਵੇਂ ਇੱਕੋ ਜਿਹੇ ਹੋ ਗਏ। ਕੀ ਪਾਪ ਅਤੇ ਕੀ ਪੁੰਨ, ਕੀ ਚੰਗਾ ਅਤੇ ਕੀ ਮਾੜਾ, ਫਿਰ ਤਾਂ ਇਹ ਤੋਂ ਦੋਵਾਂ ਤੋਂ ਹੀ ਉੱਪਰ ਚਲਾ ਗਈ। ਮਹਾਰਾਜ ਗੁਰਬਾਣੀ 'ਚ ਉਹਨੂੰ ਫਿਰ ਭਗਤ ਕਹਿੰਦੇ, ਜਿਹੜਾ ਇਹਨਾਂ ਦੋਵਾਂ ਤੋਂ ਉੱਪਰ।
पाप पुन तो, हरख सोग तो, खुशी गमी तो, दुखों तो, सुखों तो। ਉਹਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਦੋ ਕਰਿਤ ਸੋ ਕਰਿਤ ਮਧੇ ਸੰਸਾਰ ਸਗਲਾਣਾ, ਦੋਹੂ ਦੇ ਰਹਿਤ ਭਗਤ ਹੈ ਕੋ ਵਿਰਲਾ ਜਾਣਾ। ਇਹ ਸਾਰੀ ਲੁਕਾਈ ਇਹਦੇ ਵਿੱਚ ਹੀ ਲੱਗੀ, ਚੰਗੇ ਮਾੜੇ ਦੇ ਵਿੱਚ, ਪਾਪ ਪੁੰਨ ਦੇ ਵਿੱਚ। ਜਿਹੜਾ ਇਹਨਾਂ ਦੋਵਾਂ ਤੋਂ ਉੱਪਰ ਉਹਨੂੰ ਕਹਿੰਦੇ ਭਗਤ, ਇਹ ਸੰਤ ਹੈ, ਇਹ ਸਾਧੂ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਆਪਾਂ ਨੂੰ ਵੀ ਅਸੀਂ ਇਹਨਾਂ ਤੋਂ ਉੱਪਰ ਉੱਠਣਾ, ਅਤੇ ਉੱਪਰ ਉੱਠਣ ਵਾਸਤੇ ਕਹਿੰਦੇ ਸ਼ਬਦ ਦੀ ਕਮਾਈ ਕਰੋ, ਮਨ ਨੂੰ ਸ਼ਬਦ ਦਾ ਆਸਰਾ ਦਿਓ। ਜਦੋਂ ਆਸਰਾ ਦੇਵਾਂਗੇ ਫਿਰ ਇਹਨਾਂ ਤੋਂ ਉੱਪਰ ਜਾਏਗਾ। ਜਿਉਂ ਮੰਦਰ ਕੋ ਥਾਮੇ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸ ਥੰਮਣ। ਬਈ ਜਿਵੇਂ ਹੁਣ ਇਹ ਧਰਤੀ ਹੈ, ਧਰਤੀ ਦੀ ਖਿੱਚ ਹੈ, ਕੋਈ ਚੀਜ਼ ਆਪਾਂ ਤਾਂ ਨੂੰ ਸਿੱਟੀਏ ਇਹ ਆਪਦੇ ਵੱਲ ਨੂੰ ਥੱਲੇ ਨੂੰ ਖਿੱਚ ਲੈਂਦੀ। ਹੁਣ ਇਸੇ ਤਰ੍ਹਾਂ ਹੀ ਇਹ ਪਾਪ ਪੁੰਨ, ਖੁਸ਼ੀ ਗਮੀ, ਇਹ ਵਿਚਾਰਾਂ ਦੀ ਖਿੱਚ ਹੈ। ਇਹ ਵਿਚਾਰ ਸਾਨੂੰ ਥੱਲੇ ਨੂੰ ਖਿੱਚਦੇ, ਸਾਨੂੰ ਉੱਪਰ ਨਹੀਂ ਜਾਣ ਦਿੰਦੇ ਆਪਦੇ ਘਰ। ਹੁਣ ਜੇ ਅਸੀਂ ਇਹਨਾਂ ਤੋਂ ਉੱਪਰ ਉਠਾਉਣਾ ਤਾਂ ਸਾਨੂੰ ਇਹਨੂੰ ਆਸਰਾ ਦੇਣਾ ਪੈਣਾ ਮਨ। ਅਤੇ ਜਦੋਂ ਫਿਰ ਅਸੀਂ ਇਹਨੂੰ ਸ਼ਬਦ ਦਾ ਆਸਰਾ ਦੇਵਾਂਗੇ, ਫਿਰ ਇਹ ਵਿਚਾਰਾਂ ਤੋਂ ਰਹਿਤ ਜਦੋਂ ਹੋ ਗਏ ਆ, ਵਿਚਾਰਾਂ ਦੀ ਖਿੱਚ ਜਦੋਂ ਖਤਮ ਹੋ ਗਈ, ਅਸੀਂ ਫਿਰ ਉੱਪਰ ਚਲੇ ਗਏ। ਜਿਵੇਂ ਧਰਤੀ ਦੀ ਖਿੱਚ ਇੱਕ ਥਾਂ ਆਉਂਦੀ ਵੀ ਜਿੱਥੇ ਜਾ ਕੇ ਧਰਤੀ ਦੀ ਖਿੱਚ ਖਤਮ ਹੋ ਜਾਂਦੀ, ਆਕਾਸ਼ ਦੀ ਜਿਹੜੀ ਖਿੱਚ ਉੱਪਰ ਰਹਿ ਜਾਂਦੀ। ਉਹ ਜਿਹੜਾ ਵਿਚਾਰਲਾ ਥਾਂ, ਉਹਨੂੰ ਧਵਲ ਦਾ ਨਾਮ ਦਿੱਤਾ ਗੁਰਬਾਣੀ 'ਚ। ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਧਵਲ ਕਹਿੰਦੀ, ਵੀ ਜਿੱਥੇ ਜਾ ਕੇ ਨਿਊਟਰਲ ਹੋ ਜਾਂਦਾ, ਮਤਲਬ ਕੋਈ ਚੀਜ਼ ਆਪਾਂ ਛੱਡ ਦਾਂਗੇ ਉੱਥੇ ਹੀ ਖੜ੍ਹ ਜਾਂਦੀ, ਉਹਨੂੰ ਧਵਲ ਕਹਿੰਦੇ। ਇਸੇ ਤਰ੍ਹਾਂ ਹੀ ਹੁਣ ਜਦੋਂ ਅਸੀਂ ਇਹ ਸ਼ਬਦ ਦਾ ਆਸਰਾ ਦੇਵਾਂਗੇ, ਜਦੋਂ ਸਾਡੇ ਵਿਚਾਰ ਖਤਮ ਹੋ ਗਏ, ਫੁਰਨੇ ਖਤਮ ਹੋ ਗਏ, ਉਹ ਅਸੀਂ ਧਵਲ 'ਤੇ ਚਲੇ ਗਏ, ਉਹ ਖਿੱਚ ਖਤਮ ਹੋ ਗਈ। ਜਦੋਂ ਧਰਤੀ ਦੀ ਖਿੱਚ ਥੱਲੇ ਰਹਿ ਗਈ, ਵਿਚਾਰ ਥੱਲੇ ਰਹਿ ਗਏ, ਆਪਾਂ ਉੱਪਰ ਜਾ ਵੜੇ, ਫਿਰ ਉਹ ਵਿਚਾਰ ਸਾਨੂੰ ਥੱਲੇ ਨੂੰ ਨਹੀਂ ਖਿੱਚਣਗੇ, ਕਿਉਂਕਿ ਅਸੀਂ ਉਹ ਖਿੱਚ ਤੋਂ ਬਾਹਰ ਚਲੇ ਗਏ, ਉੱਪਰ ਚਲੇ ਗਏ। ਹੁਣ ਉੱਥੇ ਤੱਕ ਪਹੁੰਚਣ ਵਾਸਤੇ ਫਿਰ ਸ਼ਬਦ ਦੀ ਕਮਾਈ ਹੈ, ਸਿਮਰਨ ਕਰਨਾ ਪੈਣਾ। ਵੀ ਇੱਕ ਵਾਰ ਅਸੀਂ ਸ਼ਬਦ ਦਾ ਆਸਰਾ ਦੇ ਕੇ ਮਨ ਨੂੰ, ਵੀ ਇਹਦੀ ਖਿੱਚ ਤੋਂ, ਵਿਚਾਰਾਂ ਦੀ ਤੋਂ ਉੱਪਰ ਲੈ ਚੱਲੀਏ ਮਨ ਨੂੰ। ਉਹਦੇ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਸਿਮਰਨ ਕਰੋ, ਸ਼ਬਦ ਦਾ ਆਸਰਾ ਦਿਓ ਮਨ ਨੂੰ। ਹੁਣ ਕਿਵੇਂ ਅਸੀਂ ਇਹ ਵਿਚਾਰਾਂ ਦੀ ਖਿੱਚ ਤੋਂ ਉੱਪਰ ਜਾਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਸਵਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਮਨ ਨੂੰ ਸ਼ਬਦ ਦਾ ਆਸਰਾ ਦਿੰਦੇ ਹਾਂ, ਸਿਮਰਨ ਕਰਦੇ, ਫਿਰ ਨਾਲ ਨਾਲ ਅਸੀਂ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦਿੰਦੇ ਹਾਂ। ਫਿਰ ਇਹ ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੁੰਦਾ ਅਤੇ ਫਿਰ ਅਸੀਂ ਆਪਦੇ ਘਰ ਜਾਂਦੇ ਹਾਂ। ਮਹਾਰਾਜ ਇਸ ਲਈ ਫਰਮਾਉਂਦੇ, ਮਨੁਆ ਕਿਉਂ ਕਰਵਾਸਾ ਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਇਹਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇ ਕੇ ਅਸੀਂ ਘਰ ਲੈ ਕੇ ਜਾ ਸਕਦੇ। ਔਰ ਇਸ ਵਾਸਤੇ ਮਨ ਨੂੰ ਘਰ ਲੈ ਕੇ ਜਾਣ ਲਈ ਫਿਰ ਜੋ ਸਾਨੂੰ ਗੁਰਬਾਣੀ ਗੁਰੂ ਉਪਦੇਸ਼ ਕਰਦੇ, ਔਰ ਅਸੀਂ ਇਸ ਉਪਦੇਸ਼ ਨੂੰ ਸੁਣ ਕੇ ਇਹਨੂੰ ਹਿਰਦੇ 'ਚ ਵਸਾਉਣਾ ਹੁੰਦਾ। ਜੇ ਅਸੀਂ ਇਹ ਗਿਆਨ ਨੂੰ ਦ੍ਰਿੜ ਕਰ ਲਾਂਗੇ, ਹਿਰਦੇ 'ਚ ਵਸਾ ਲਾਂਗੇ, ਫਿਰ ਮਹਾਰਾਜ ਕਹਿੰਦੇ ਵੀ ਮਨ ਦੀ ਜੋ ਇੱਛਾ ਹੁੰਦੀ ਉਹ ਮਾਲਕ ਇੱਛਾ ਇਹਦੀ ਪੂਰੀ ਕਰ ਦਿੰਦਾ। ਸਤਿਗੁਰੂ ਇਸ ਲਈ ਫਰਮਾਉਂਦੇ, ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਵੀ ਜੋ ਸਾਡੇ ਮਨ ਦੀ ਇੱਛਾ ਮੁਤਾਬਕ ਉਹ ਫਲ ਦੀ ਪ੍ਰਾਪਤੀ ਕਰ, ਪਰ ਹੋਏਗੀ ਫੇਰ ਹੀ ਜੇ ਅਸੀਂ ਉਪਦੇਸ਼ ਨੂੰ ਸੁਣ ਕੇ ਉਹਨੂੰ ਹਿਰਦੇ 'ਚ ਵਸਾਵਾਂਗੇ। ਔਰ ਇਸ ਵਾਸਤੇ ਆਪਾਂ ਕੋਸ਼ਿਸ਼ ਕਰਨੀ, ਜੋ ਸਾਨੂੰ ਸਤਿਗੁਰੂ ਕਹਿ ਰਹੇ ਸਿਮਰਨ ਕਰਨ, ਵੱਧ ਤੋਂ ਵੱਧ ਹੀ ਆਪਾਂ ਸਿਮਰਨ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ ਵੀ, ਤਾਂ ਕਿ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ, ਸਾਡੇ ਹਿਰਦੇ 'ਚ ਵਸ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਨਾ, ਸਹਿਜ ਦੇ ਨਾਲ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਹੀ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਜੀਵਨ ਦਾ ਲਾਹਾ ਹੈ। ਇਹ ਜੋ ਸਾਰਾ ਗਿਆਨ, ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਇਹ ਆਪਾਂ ਵੀ ਮਨ ਨੂੰ ਇਹ ਗਿਆਨ ਦੀ ਮੱਤ ਦੇ ਕੇ ਇਹਨੂੰ ਘਰ ਲੈ ਚੱਲੀਏ ਆਪਣੇ ਸਹਿਜ ਘਰ ਦੇ ਵਿੱਚ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।